हिमाचल तुसीं देख रहे हो गौरव शुक्ला मैं हां तुहाडे नाल। इस बुलेटिन का आगाज करन जा रहे हैं कोरोना टेस्टिंग दे ऐलान। कोरोना टेस्टिंग नूं लैके लगातार विरोध भी हो रहा, पर इस सब दे विचाले सरकार कोरोना टेस्टिंग नूं वधाउण दे उत्ते भी हुण काम करदी नजर आ रही है। कोरोना टेस्टिंग नूं लैके तुहाडे काम दी खबर सब तो पहला असीं ओही दस्सण जा रहे हैं। पंजाब दे विच टेस्टिंग दे विच तेजी लियाउण दे लई सरकार ने कवायद शुरू की है। सरकार दे वल्लों ਇਹ ਹੁਣ ਸਾਫ਼ ਕੀਤਾ ਗਿਆ ਕਿ ਜੇਕਰ ਕੋਈ ਟੈਸਟ ਕਰਵਾਉਣਾ ਚਾਹੁੰਦਾ ਹੈ ਤਾਂ ਸਰਕਾਰੀ ਹਸਪਤਾਲ ਚਲਾ ਜਾਏ, ਬਿਨਾਂ ਪਰਚੀ ਦੇ ਟੈਸਟ ਸੰਭਵ ਹੋਵੇਗਾ। ਤੁਹਾਨੂੰ ਜ਼ਰੂਰਤ ਨਹੀਂ ਕਿ ਤੁਸੀਂ ਪਹਿਲਾਂ ਡਾਕਟਰ ਕੋਲ ਜਾਓ, ਉੱਥੇ ਦਿਖਾਓ, ਉਸ ਤੋਂ ਬਾਅਦ ਤੁਸੀਂ ਜਾਓ। ਜੇਕਰ ਤੁਹਾਨੂੰ ਸਿੰਪਟਮਸ ਨਜ਼ਰ ਆ ਰਹੇ ਨੇ, ਬੁਖਾਰ ਹੋ ਰਿਹਾ ਹੈ ਜਾਂ ਫਿਰ ਤੁਹਾਨੂੰ ਸਾਹ ਲੈਣ 'ਚ ਦਿੱਕਤ ਹੈ, ਤੁਹਾਨੂੰ ਟੇਸਟ ਆਉਣਾ ਬੰਦ ਹੋ ਗਿਆ, ਜਿਵੇਂ ਤੁਸੀਂ ਕੋਈ ਚੀਜ਼ ਖਾਓ, ਨਮਕ ਖਾਓ ਜਾਂ ਕੋਈ ਹੋਰ ਚੀਜ਼ ਖਾਓ, ਆਈਸਕ੍ਰੀਮ ਖਾਓ ਤਾਂ ਉਸ ਦਾ ਟੇਸਟ ਨਹੀਂ ਆਉਂਦਾ ਕਈ ਵਾਰ, ਤਾਂ ਜੇਕਰ ਤੁਹਾਨੂੰ ਇਸ ਤਰੀਕੇ ਨਾਲ ਹੋ ਰਿਹਾ ਜਾਂ ਤੁਹਾਨੂੰ ਸਮੈਲ ਨਹੀਂ ਆ ਰਹੀ ਜਾਂ ਤੁਸੀਂ ਪਰਫਿਊਮ ਨੂੰ ਸੁੰਘ ਕੇ ਦੇਖੋ ਜਾਂ ਕੋਈ ਹੋਰ ਚੀਜ਼ ਸੁੰਘ ਕੇ ਦੇਖੋ, ਜੇਕਰ ਤੁਹਾਨੂੰ ਸਮੈਲ ਆਉਣੀ ਬੰਦ ਹੋ ਗਈ ਹੈ ਤੇ ਇਹ ਵੀ ਕੋਰੋਨਾ ਦਾ ਇੱਕ ਲੱਛਣ ਹੈ। ਤੇ ਤੁਸੀਂ ਜੇ ਅਜਿਹੇ ਲੱਛਣ ਨੇ ਤਾਂ ਸਿੱਧਾ ਡਾਇਰੈਕਟ ਪਹੁੰਚੋ ਸਰਕਾਰੀ ਹਸਪਤਾਲ, ਉੱਥੇ ਤੁਹਾਡਾ ਟੈਸਟ ਸੰਭਵ ਹੈ ਬਿਨਾਂ ਡਾਕਟਰ ਦੀ ਪਰਚੀ ਦੇ। ਸਿਰਫ ਤੁਹਾਡੇ ਕੋਲ ਕੀ ਹੋਣਾ ਚਾਹੀਦਾ ਹੈ? ਆਧਾਰ ਕਾਰਡ ਤੁਹਾਡਾ ਹੋਣਾ ਚਾਹੀਦਾ ਤੇ ਦੂਜਾ ਮੋਬਾਈਲ ਨੰਬਰ ਵੀ ਤੁਹਾਡੇ ਕੋਲ ਹੋਣਾ ਚਾਹੀਦਾ। ਮੋਬਾਈਲ ਨੰਬਰ ਵੀ ਜ਼ਰੂਰੀ, ਦੋ ਚੀਜ਼ਾਂ ਜ਼ਰੂਰੀ ਨੇ, ਆਧਾਰ ਕਾਰਡ ਅਤੇ ਮੋਬਾਈਲ ਨੰਬਰ। ਆਮ ਤੌਰ ਤੇ ਹਰ ਕਿਸੇ ਦੇ ਕੋਲੇ ਦੋਵੇਂ ਚੀਜ਼ਾਂ ਹੁੰਦੀਆਂ ਨੇ। ਸਰਕਾਰ ਵੱਲੋਂ ਸਾਫ਼ ਕੀਤਾ ਗਿਆ ਕਿ ਕੋਈ ਵੀ ਕਦੇ ਵੀ ਹਸਪਤਾਲ ਜਾ ਕੇ ਟੈਸਟ ਕਰਵਾ ਸਕਦਾ ਹੈ। ਕੋਰੋਨਾ ਟੈਸਟ ਦੇ ਲਈ ਨਿੱਜੀ ਹਸਪਤਾਲ ਦੇ ਵਿੱਚ ਵੀ ਛੋਟ ਮਿਲੇਗੀ। ਨਿੱਜੀ ਹਸਪਤਾਲ ਦੇ ਵਿੱਚ 250 ਰੁਪਏ ਦੇ ਵਿੱਚ ਨਾਰਮਲ ਕੋਵਿਡ ਟੈਸਟ ਹੋਏਗਾ। ਤੇ ਚੀਫ ਸਕੱਤਰ ਵਿਨੀ ਮਹਾਜਨ ਦੇ ਵੱਲੋਂ ਸਿਆਸਤਦਾਨਾਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਅਫਵਾਹਾਂ ਨੂੰ ਦੂਰ ਕਰਨ ਦੇ ਲਈ ਲੋਕਾਂ ਦੇ ਵਿਚਾਲੇ ਜਾਣ। ਐਨਜੀਓਜ਼ ਤੇ ਧਾਰਮਿਕ ਸਥਾਨਾਂ ਨੂੰ ਵੀ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ। ਅੱਗੇ ਵਧਦੇ ਤੇ ਇਸ ਸਮੇਂ ਸਿਹਤ ਸਹੂਲਤਾਂ ਨੂੰ ਲੈ ਕੇ ਵੱਡੀ ਖਬਰ ਹੈ ਪੰਜਾਬ ਦੇ ਲੋਕਾਂ ਦੇ ਲਈ। ਉਹ ਤੁਹਾਨੂੰ ਦੱਸ ਰਹੇ ਹਾਂ ਵੀਕਐਂਡ ਲਾਕਡਾਊਨ ਦੇ ਨਾਲ ਜੁੜੀ ਹੋਈ, ਕਰਫਿਊ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ। ਜੀ ਹਾਂ, 6:30 ਵਜੇ ਪੰਜਾਬ 'ਚ ਦੁਕਾਨਾਂ ਬੰਦ ਹੋ ਜਾਂਦੀਆਂ ਨੇ, ਪਰ ਹੁਣ ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕੈਮਿਸਟ ਦੀਆਂ ਦੁਕਾਨਾਂ ਉੱਤੇ ਕੋਈ ਕਰਫਿਊ ਵਾਲਾ ਸੀਨ, ਕੋਈ ਦਿੱਕਤ ਨਹੀਂ। ਕੈਮਿਸਟ ਦੀਆਂ ਦੁਕਾਨਾਂ ਪੰਜਾਬ ਦੇ ਵਿੱਚ 24 ਘੰਟੇ ਖੋਲਣ ਦੀ ਇਜਾਜ਼ਤ ਦਿੱਤੀ ਗਈ ਹੈ। ਹਫ਼ਤੇ ਦੇ 7 ਦਿਨ 24 ਘੰਟੇ ਦੁਕਾਨਾਂ ਖੋਲਣ ਦੀ ਇਜਾਜ਼ਤ ਹੈ। ਹਸਪਤਾਲ, ਲੈਬ, ਡਾਇਗਨੋਸਟਿਕ ਸੈਂਟਰ ਨੂੰ ਵੀ ਇਜਾਜ਼ਤ ਦਿੱਤੀ ਗਈ ਹੈ। ਹੈਲਥ ਕੇਅਰ ਇੰਸਟੀਚਿਊਟ ਵੀ ਖੁੱਲ ਸਕਣਗੇ। ਪੰਜਾਬ ਦੇ ਗ੍ਰਹਿ ਵਿਭਾਗ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਵੱਡੀ ਖਬਰ ਹੈ ਇਸ ਸਮੇਂ ਦੀ। ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਕਿਉਂਕਿ ਮੈਡੀਕਲ ਸਟੋਰ ਹੋਣ ਜਾਂ ਅਸੈਂਸ਼ੀਅਲ ਸਰਵਿਸਿਜ਼ ਜਿਵੇਂ ਕਿ ਕਰਿਆਨੇ ਦੀਆਂ ਦੁਕਾਨਾਂ, ਦੁੱਧ ਦੀਆਂ ਡੈਰੀਆਂ, ਮੈਡੀਕਲ ਸਟੋਰ ਜਾਂ ਹੋਰ ਚੀਜ਼ਾਂ, ਇਹਨਾਂ ਨੂੰ ਵੀ 6:30 ਵਜੇ ਬੰਦ ਕਰਨ ਦੇ ਹੁਕਮ ਦਿੱਤੇ ਗਏ ਸੀ ਕਿ 6:30 ਤੋਂ ਬਾਅਦ ਇਹ ਵੀ ਦੁਕਾਨਾਂ ਨਹੀਂ ਖੁੱਲ ਸਕਦੀਆਂ। ਪਰ ਹੁਣ ਪ੍ਰਸ਼ਾਸਨ ਦੇ ਵੱਲੋਂ, ਸਰਕਾਰ ਦੇ ਵੱਲੋਂ ਸਾਫ਼ ਕਰ ਦਿੱਤਾ ਗਿਆ ਹੈ ਕਿ ਦੁਕਾਨਾਂ ਖੁੱਲ ਸਕਦੀਆਂ ਨੇ। ਸਿਰਫ ਮੈਡੀਕਲ ਸਟੋਰ ਦੀਆਂ, ਸਿਰਫ ਮੈਡੀਕਲ ਸਟੋਰ ਦੀਆਂ ਕਰਫਿਊ ਦੇ ਦੌਰਾਨ ਵੀ ਦੁਕਾਨਾਂ ਖੁੱਲੀਆਂ ਹੋਣਗੀਆਂ, ਤਾਂ ਕੋਈ ਕਿੰਤੂ ਪਰੰਤੂ ਨਹੀਂ ਹੈ। ਵੱਡੀ ਖਬਰ ਹੈ ਪੰਜਾਬ ਦੇ ਲੋਕਾਂ ਦੇ ਲਈ, ਜਿਹੜੇ ਲੋਕ ਮੈਡੀਕਲ ਸਟੋਰ ਦਾ ਕੰਮ ਕਰਦੇ ਨੇ ਉਹਨਾਂ ਦੇ ਲਈ, ਕਿ ਮੈਡੀਕਲ ਸਟੋਰ ਦੀਆਂ ਦੁਕਾਨਾਂ ਹੁਣ 24 ਘੰਟੇ ਪੰਜਾਬ ਦੇ ਵਿੱਚ ਖੁੱਲੀਆਂ ਰਹਿਣਗੀਆਂ ਕਰਫਿਊ ਦੇ ਦੌਰਾਨ ਵੀ। ਪਰ ਇੱਥੇ ਸਵਾਲ ਫੇਰ ਉਹੀ ਥੋੜੀ ਜਿਹੀ ਦੁਚਿੱਤੀ ਵਾਲਾ ਕਿ ਜੇਕਰ ਲੋਕਾਂ ਨੂੰ ਕਹਿ ਦਿੱਤਾ ਤੁਸੀਂ ਕਰਫਿਊ 'ਚ ਬਾਹਰ ਨਿਕਲ ਨਹੀਂ ਸਕਦੇ ਤਾਂ ਫਿਰ ਮੈਡੀਕਲ ਸਟੋਰ ਤੇ ਉਹ ਕਿਵੇਂ ਜਾਣਗੇ। ਖੈਰ ਇਹ ਵੀ ਪਹਿਲਾਂ ਸਾਫ਼ ਕੀਤਾ ਗਿਆ ਹੈ, ਜੋ ਸਰਕਾਰ ਨੇ ਕਿਹਾ ਸੀ ਕਿ ਕੋਈ ਕਿਸੇ ਨੂੰ ਕੋਈ ਮੈਡੀਕਲ ਐਮਰਜੈਂਸੀ ਹੈ ਤਾਂ ਉਹ ਜਾ ਸਕਦਾ, ਉਹਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ ਜਾਣ ਦੀ। ਇਸ ਦਾ ਮਤਲਬ ਇਹ ਹੈ ਕਿ ਤੁਹਾਡੇ ਘਰ ਦੇ ਵਿੱਚ ਜੇਕਰ ਕੋਈ ਦਿੱਕਤ ਹੁੰਦੀ ਹੈ, ਕੋਈ ਮੈਡੀਕਲ ਐਮਰਜੈਂਸੀ ਹੈ, ਤਾਂ ਤੁਸੀਂ 7 ਵਜੇ ਤੋਂ ਬਾਅਦ ਬਾਹਰ ਜਾਣਾ ਚਾਹੁੰਦੇ ਹੋ ਤਾਂ ਕੋਈ ਦਿੱਕਤ ਨਹੀਂ, ਬਾਹਰ ਮੈਡੀਕਲ ਸਟੋਰ ਖੁੱਲੇ ਹੋਣਗੇ। ਹੁਣ ਸਰਕਾਰ ਦੇ ਵੱਲੋਂ ਇਹ ਸਾਫ਼ ਕਰ ਦਿੱਤਾ ਗਿਆ, ਇਸ ਕਰਕੇ ਤੁਹਾਨੂੰ ਜ਼ਿਆਦਾ ਟੈਨਸ਼ਨ ਲੈਣ ਦੀ ਜ਼ਰੂਰਤ नहीं है। अनलॉक 4 ਦੇ ਗਾਈਡਲਾਈਨਸ ਦੇ ਮੱਦੇਨਜ਼ਰ ਮੈਂ ਆਪ ਸਾਰਿਆਂ ਨੂੰ ਜਾਣਕਾਰੀ ਦੇਣਾ ਚਾਹੁੰਦੀ ਹਾਂ ਕਿ ਹੁਣ ਸਰਕਾਰ ਵੱਲੋਂ ਸਾਰੇ ਮੈਡੀਕਲ ਸਟੋਰਸ ਹਫਤੇ ਦੇ 7 ਦਿਨ ਤੇ 24 ਘੰਟੇ ਖੁੱਲੇ ਰੱਖਣ ਦੀ ਪ੍ਰਵਾਨਗੀ ਦਿੱਤੀ ਗਈ ਹੈਗੀ। ਤੇ ਇਸ ਦੇ ਵਿੱਚ ਕੋਈ ਵੀ ਪ੍ਰਾਈਵੇਟ ਹਸਪੀਟਲ, ਕਲੀਨਿਕ ਤੇ ਲੈਬ ਵੀ ਸ਼ਾਮਿਲ ਨੇ ਤੇ ਤੁਸੀਂ ਇਸ ਦਾ ਫਾਇਦਾ ਉਠਾ ਸਕਦੇ ਹੋ ਤੇ ਆਪਣੀ ਜਿਹੜੀ ਸਿਹਤ ਸੇਵਾਵਾਂ ਹੈਗੀ ਉਹ ਪੂਰੇ ਹਫਤੇ ਦੇ 24/7 ਤਾਂ ਰੋਪੜ ਦੇ ਡੀਸੀ ਸੋਨਾਲੀ ਗਿਰੀ ਨੂੰ ਤੁਸੀਂ ਸੁਣ ਰਹੇ ਸੀ, ਉਹਨਾਂ ਦੇ ਵੱਲੋਂ ਹਦਾਇਤਾਂ ਦਾ ਬਾਰੇ ਜਾਣਕਾਰੀ ਦਿੱਤੀ ਗਈ ਹੈ। ਤਾਂ ਕੈਮਿਸਟਾਂ ਦੀਆਂ ਦੁਕਾਨਾਂ 24 ਘੰਟੇ ਖੋਲਣ ਦੀ ਇਜਾਜ਼ਤ ਹੈ। ਆਮ ਤੌਰ ਤੇ ਜਿਹੜੇ ਵੱਡੇ ਹਸਪਤਾਲ ਨੇ ਉਹਨਾਂ ਦੇ ਬਾਹਰ ਜਿਹੜੀਆਂ ਦੁਕਾਨਾਂ ਹੁੰਦੀਆਂ ਨੇ ਮੈਡੀਕਲ ਸਟੋਰ ਦੀਆਂ, ਉੱਥੇ ਦੁਕਾਨਾਂ 24 ਘੰਟੇ ਹੀ ਖੁੱਲਦੀਆਂ ਨੇ, ਰਾਤ ਦੇ ਸਮੇਂ ਵੀ ਖੁੱਲੀਆਂ ਹੁੰਦੀਆਂ ਨੇ। ਪਰ ਜੇਕਰ ਅਸੀਂ ਆਮ ਇੱਕ ਸ਼ਹਿਰ ਦੇ ਵਿੱਚ ਗੱਲ ਕਰੀਏ ਤਾਂ ਰਾਤ ਨੂੰ 9 ਵਜੇ ਤੱਕ, 10 ਵਜੇ ਤੱਕ ਆਮ ਤੌਰ ਤੇ ਦੁਕਾਨਾਂ, ਮੈਡੀਕਲ ਸਟੋਰ ਜਿਹੜੀਆਂ ਹੁੰਦੇ ਨੇ ਉਹ ਖੁੱਲੇ ਹੁੰਦੇ ਨੇ। ਪਰ ਹੁਣ ਕੋਰੋਨਾ ਕਾਲ ਦੇ ਵਿੱਚ ਜਦੋਂ ਵੀਕਐਂਡ ਲਾਕਡਾਊਨ ਲਗਾਇਆ ਗਿਆ, 7 ਵਜੇ ਤੋਂ ਕਰਫਿਊ ਲਗਾ ਦਿੱਤਾ ਗਿਆ, ਤਾਂ ਸਰਕਾਰ ਨੇ ਸਾਫ਼ ਕੀਤਾ ਸੀ ਕਿ
6:30 ਵਜੇ ਤੋਂ ਬਾਅਦ ਦੁਕਾਨਾਂ ਨਹੀਂ ਖੁੱਲਣਗੀਆਂ ਤੇ 6:30 ਵਜੇ ਤੋਂ ਬਾਅਦ ਜਿਹੜੀਆਂ ਐਸੈਂਸ਼ੀਅਲ ਸਰਵਿਸਿਜ਼ ਦੀਆਂ ਦੁਕਾਨਾਂ ਨੇ ਉਹ ਵੀ ਨਹੀਂ ਖੁੱਲਣਗੀਆਂ, ਇਹ ਵੀ ਕਿਹਾ ਗਿਆ ਸੀ। ਪਰ ਹੁਣ ਸਾਫ਼ ਕਰ ਦਿੱਤਾ ਗਿਆ ਕਿ 6:30 ਵਜੇ ਤੋਂ ਬਾਅਦ ਕਰਫਿਊ ਜਦੋਂ 7 ਵਜੇ ਤੋਂ ਬਾਅਦ ਲੱਗ ਜਾਂਦਾ ਹੈ ਤਾਂ ਉਸ ਸਮੇਂ ਵੀ ਪੰਜਾਬ ਦੇ ਵਿੱਚ ਜਿਹੜੀਆਂ ਮੈਡੀਕਲ ਸਟੋਰ ਦੀਆਂ ਦੁਕਾਨਾਂ ਨੇ ਉਹ ਖੁੱਲ ਸਕਣਗੀਆਂ। ਉਸ ਦੇ ਉੱਤੇ ਕੋਈ ਕਿੰਤੂ ਪਰੰਤੂ ਕਿਸੇ ਤਰ੍ਹਾਂ ਦਾ ਨਹੀਂ ਹੈ। ਮੈਡੀਕਲ ਸਟੋਰ ਵਾਲੇ ਆਪਣੀਆਂ ਦੁਕਾਨਾਂ ਖੁੱਲੀਆਂ ਰੱਖ ਸਕਦੇ ਨੇ। ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਐਮਰਜੈਂਸੀ ਹੈ, ਤੁਸੀਂ ਬਾਹਰ ਜਾ ਕੇ ਕੋਈ ਦਵਾਈ ਲੈਣੀ ਹੈ ਤਾਂ ਕੋਈ ਦਿੱਕਤ ਨਹੀਂ, ਤੁਸੀਂ ਬਾਹਰ ਜਾ ਕੇ ਦਵਾਈ ਲੈ ਸਕਦੇ ਹੋ। ਇੱਕ ਰਾਹਤ ਭਰੀ ਖਬਰ ਜ਼ਰੂਰ ਪੰਜਾਬ ਦੇ ਲੋਕਾਂ ਦੇ ਲਈ ਤੁਸੀਂ ਇਸ ਨੂੰ ਕਹਿ ਸਕਦੇ ਹੋ। ਹੁਣ ਅੱਗੇ ਵਧਦੇ ਹਾਂ, ਅਗਲੀ ਖਬਰ ਦਾ ਰੁਖ ਕਰਾਂਗੇ। ਗੱਲ ਹੋਵੇਗੀ ਆਕਸੀਮੀਟਰ ਦੀ। ਆਕਸੀਮੀਟਰ ਦੇ ਪੰਜਾਬ ਦੇ ਵਿੱਚ ਤਕਰਾਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿਚਾਲੇ, ਸਰਕਾਰ ਦੇ ਵਿਚਾਲੇ ਤੇ ਸਭ ਦੇ ਵਿਚਾਲੇ ਆਮ ਆਦਮੀ ਪਾਰਟੀ ਦਾ ਇੱਕ ਲੀਡਰ ਗ੍ਰਿਫਤਾਰ ਕੀਤਾ ਗਿਆ ਫਿਰੋਜ਼ਪੁਰ ਦੇ ਵਿੱਚ। ਜੀ ਹਾਂ, ਫਿਰੋਜ਼ਪੁਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਅਮਰਿੰਦਰ ਸਿੰਘ ਦੀ ਗ੍ਰਿਫਤਾਰੀ ਹੋਈ ਹੈ। ਕੋਰੋਨਾ ਦੇ ਇਲਾਜ ਨੂੰ ਲੈ ਕੇ ਅਫਵਾਹਾਂ ਫੈਲਾਉਣ ਦਾ ਇਲਜ਼ਾਮ ਹੈ ਕਿ ਅੰਗਾਂ ਦੀ ਤਸਕਰੀ ਦਾ ਝੂਠਾ ਦਾਅਵਾ ਕੀਤਾ ਗਿਆ ਅਮਰਿੰਦਰ ਸਿੰਘ ਦੇ ਵੱਲੋਂ। ਇਹ ਆਮ ਆਦਮੀ ਪਾਰਟੀ ਦਾ ਲੀਡਰ ਹੈ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਫਿਰੋਜ਼ਪੁਰ ਦੇ ਵਿੱਚ। ਅੰਗਾਂ ਦੀ ਤਸਕਰੀ ਦਾ ਝੂਠਾ ਦਾਅਵਾ ਕਰਨ ਦਾ ਇਲਜ਼ਾਮ ਲਗਾਇਆ ਸੀ। ਫੇਸਬੁੱਕ ਦੇ ਉੱਤੇ ਇੱਕ ਮ੍ਰਿਤਕ ਦੀ ਫੋਟੋ ਪੋਸਟ ਕਰਕੇ ਦਾਅਵਾ ਕੀਤਾ ਗਿਆ ਸੀ। ਇਸ ਦਾਅਵੇ ਦੇ ਨਾਲ ਲੋਕਾਂ ਦੇ ਵਿੱਚ ਅਫਵਾਹ ਦੀ ਨੌਬਤ ਪਹੁੰਚੀ। ਇਸ ਕਰਕੇ ਪੁਲਿਸ ਨੇ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕਰ ਲਿਆ ਹੈ ਅਮਰਿੰਦਰ ਸਿੰਘ। ਹੁਣ ਗੱਲ ਕਰਦੇ ਹਾਂ ਰਾਜਪੁਰਾ ਦੀ। ਲੋਕਾਂ ਦੇ ਮਨਾਂ ਦੇ ਵਿੱਚ ਕਰੋਨਾ ਦੀ ਦਹਿਸ਼ਤ ਇੰਨੀ ਵੱਧ ਚੁੱਕੀ ਹੈ ਕਿ ਲੋਕ ਹੁਣ ਸਿਹਤ ਵਿਭਾਗ ਦੀ ਟੀਮ ਨੂੰ ਵੇਖ ਕੇ ਹੀ ਰਫੂ ਚੱਕਰ ਹੋਣ ਲੱਗੇ ਨੇ। ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ ਰਾਜਪੁਰਾ 'ਚ। ਰਿਪੋਰਟ ਦੇਖੋ। ਰਾਜਪੁਰਾ ਦੇ ਬਾਜ਼ਾਰ 'ਚ ਇਹ ਦੁਕਾਨਾਂ ਲੋਕਡਾਊਨ ਜਾਂ ਪੁਲਿਸ ਦੀ ਸਖਤੀ ਕਾਰਨ ਬੰਦ ਨਹੀਂ, ਸਗੋਂ ਕੋਰੋਨਾ ਦੀ ਦਹਿਸ਼ਤ ਕਾਰਨ ਬੰਦ ਪਈਆਂ ਨੇ। ਕੋਰੋਨਾ ਦਾ ਡਰ ਲੋਕਾਂ ਦੇ ਮਨਾਂ 'ਚ ਇਸ ਹੱਦ ਤੱਕ ਘਰ ਕਰ ਚੁੱਕਿਆ ਹੈ ਕਿ ਲੋਕ ਹੁਣ ਸਿਹਤ ਵਿਭਾਗ ਦੀ ਟੀਮ ਨੂੰ ਵੇਖ ਕੇ ਹੀ ਰਫੂ ਚੱਕਰ ਹੋਣ ਲੱਗੇ ਨੇ। ਵੀਰਵਾਰ ਨੂੰ ਵੀ ਕੁਝ ਅਜਿਹਾ ਹੀ ਹੋਇਆ ਰਾਜਪੁਰਾ ਦੇ ਕਾਲਕਾ ਰੋਡ ਉੱਤੇ। ਪ੍ਰਸ਼ਾਸਨ ਦੀਆਂ ਹਦਾਇਤਾਂ ਮੁਤਾਬਕ ਜਦੋਂ ਸਿਹਤ ਵਿਭਾਗ ਦੀ ਟੀਮਾਂ ਇਹਨਾਂ ਦੁਕਾਨਦਾਰ ਅਤੇ ਦੁਕਾਨਾਂ ਉੱਤੇ ਕੰਮ ਕਰਦੇ ਲੋਕਾਂ ਦੇ ਸੈਂਪਲ ਲੈਣ ਦੇ ਲਈ ਪੁੱਜੀ ਤਾਂ ਦੁਕਾਨਦਾਰ ਆਪੋ ਆਪਣੇ ਸ਼ਟਰ ਸੁੱਟ ਕੇ ਰਫੂ ਚੱਕਰ ਹੋ ਗਏ। ਲੋਕਾਂ ਨੂੰ ਆ ਕਹਿਣਾ ਚਾਹੁੰਦੇ ਕਿ ਟੈਸਟ ਤੋਂ ਡਰੋ ਨਾ। ਅਸੀਂ ਸਿਰਫ ਉਹ ਪੇਸ਼ੈਂਟ ਕੱਢਣਾ ਚਾਹੁੰਦੇ ਹਾਂ ਜਿਹੜੇ ਬਾਕੀ ਪੋਜ਼ਿਟਿਵ ਹੈ ਤੇ ਉਹਨਾਂ ਨੂੰ ਸਿੰਪਟੋਮੈਟਿਕ ਮਤਲਬ ਬੁਖਾਰ ਇਕੱਲਾ ਨਹੀਂ, ਬੁਖਾਰ ਤੋਂ ਬਾਅਦ ਜਿਹੜਿਆਂ ਦੀ ਤਬੀਅਤ ਡਿੱਗ ਜਾਂਦੀ ਹੈ, ਆਕਸੀਜਨ ਸੈਚੁਰੇਸ਼ਨ ਡਿੱਗ ਜਾਂਦੀ ਹੈ, ਅਸੀਂ ਉਹ ਪੇਸ਼ੈਂਟ ਕੱਢਣਾ ਚਾਹੁੰਦੇ ਹਾਂ ਜਿਨ੍ਹਾਂ ਦੀ ਅਸੀਂ ਜਾਨ ਬਚਾ ਸਕੀਏ। ਜਿਨ੍ਹਾਂ ਨੂੰ ਬੁਖਾਰ ਗਲਾ ਖਰਾਬ ਉਹ ਤਾਂ ਘਰੇ ਹੀ ਰਹਿਣਗੇ, ਉਹਨਾਂ ਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ। ਅਸੀਂ ਸਿਰਫ ਉਹਨਾਂ ਨੂੰ ਦਵਾਈ ਦੇ ਦਿਆਂਗੇ ਬੀ ਕੰਪਲੈਕਸ ਵਿਟਾਮਿਨ ਸੀ, ਉਸ ਨਾਲ ਠੀਕ ਹੋ ਜਾਣਗੇ। ਇਸ ਕਰਕੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਘੱਟੋ ਘੱਟ ਜਿੰਨਾ ਟੈਸਟ ਕਰਾਓ, ਜਿੰਨੇ ਵੱਧ ਤੋਂ ਵੱਧ ਟੈਸਟ ਹੋ ਸਕਦੇ ਆ ਤੇ ਟੈਸਟਾਂ ਦਾ ਘੱਟੋ ਘੱਟ ਪਤਾ ਚੱਲ ਜੂ ਆਪਣੇ ਘਰ 'ਚ ਕਿੰਨੇ ਬਿਮਾਰ ਨੇ। ਹਾਲਾਂਕਿ ਇਸ ਦੌਰਾਨ ਸਿਹਤ ਵਿਭਾਗ ਨਾਲ ਪੁੱਜੀ ਪੁਲਿਸ ਵੀ ਲੋਕਾਂ ਨੂੰ ਕੋਰੋਨਾ ਟੈਸਟ ਤੋਂ ਨਾ ਘਬਰਾਉਣ ਅਤੇ ਸਿਹਤ ਵਿਭਾਗ ਦੇ ਸਹਿਯੋਗ ਦੇਣ ਦੀ ਅਪੀਲ ਕਰਦੀ ਰਹੀ, ਪਰ ਲੋਕਾਂ ਦੇ ਕੰਨੀ ਜੂ ਤੱਕ ਨਾ ਸਰਕੀ। ਕੋਈ ਸ਼ਟਰ ਸੁੱਟ ਕੇ ਤੁਰਦਾ ਬਣਿਆ ਤਾਂ ਕਈਆਂ ਨੇ ਤਾਂ ਆਪਣੇ ਆਪ ਨੂੰ ਦੁਕਾਨਾਂ ਅੰਦਰ ਹੀ ਬੰਦ ਕਰ ਲਿਆ। ਜਿਹੜੀ ਕਾਲਕਾ ਰੋਡ ਤੇ ਸੈਂਪਲਿੰਗ ਹੋ ਰਹੀ ਹੈ, ਹਰ ਰੋਜ਼ ਸਾਰੇ ਮਹੱਲੇ 'ਚ ਕਰਾਈ ਜਾਂਦੇ ਆ ਜੀ। ਕਾਲਕਾ ਰੋਡ ਤੇ ਅਸੀਂ ਕਰਾ ਰਹੇ ਹਾਂ। ਡਾਕਟਰ ਸਾਹਿਬ ਪਿੱਛੇ ਬੈਠੇ ਸੈਂਪਲਿੰਗ ਕਰ ਰਹੇ ਨੇ। ਲੋਕਾਂ ਨੂੰ ਕਹੀ ਜਾਂਦਾ, ਬਾਰ-ਬਾਰ ਅਪੀਲ ਕਰੀ ਜਾਂਦੇ ਵੀ ਜਲਦੀ ਆ ਕੇ ਆਪਣੇ ਸੈਂਪਲ ਕਰਾਓ। ਸਾਰੇ ਲੋਕ ਆਪਣੇ ਸੈਂਪਲ ਕਰਾ ਰਹੇ। ਆਪਾਂ ਸਾਰੇ ਪੜ੍ਹੇ ਲਿਖੇ ਆ, ਕਰੋਨਾ ਮਹਾਮਾਰੀ ਤੋਂ ਤਾਂ ਹੀ ਬਚ ਸਕਦੇ ਹਾਂ ਜੇਕਰ ਆਪਾਂ ਆਪਣੀ ਸੈਂਪਲਿੰਗ ਕਰਾਵਾਂਗੇ। ਆਪਾਂ ਨੂੰ ਪਤਾ ਲੱਗੇਗਾ, ਹੱਥ ਸਾਫ਼ ਰੱਖਾਂਗੇ, ਸੈਨੀਟਾਈਜ਼ਰ ਨਾਲ ਮਾਸਕ ਪਾ ਕੇ ਰੱਖਾਂਗੇ, ਕਾਨੂੰਨ ਦੀ ਉਲੰਘਣਾ ਨਹੀਂ ਕਰਾਂਗੇ। ਦੱਸ ਦਈਏ ਕਿ ਰਾਜਪੁਰਾ 'ਚ ਕੋਰੋਨਾ ਆਏ ਦਿਨ ਪੈਰ ਪਸਾਰਦਾ ਜਾ ਰਿਹਾ ਹੈ। ਅਜਿਹੇ 'ਚ ਪੁਲਿਸ ਮੁਲਾਜ਼ਮਾਂ ਤੋਂ ਲੈ ਕੇ ਵੱਖ-ਵੱਖ ਬਾਜ਼ਾਰਾਂ 'ਚ ਸਾਰੇ ਦੁਕਾਨਦਾਰ ਅਤੇ ਉੱਥੇ ਕੰਮ ਕਰਨ ਵਾਲੇ ਲੋਕਾਂ ਦੇ ਲਈ ਟੈਸਟ ਲਾਜ਼ਮੀ ਕੀਤਾ ਗਿਆ ਹੈ ਤਾਂ ਜੋ ਕੋਰੋਨਾ ਦੀ ਬਿਮਾਰੀ ਤੋਂ ਪਹਿਲਾਂ ਹੀ ਮਰੀਜ਼ ਨੂੰ ਪਤਾ ਲੱਗ ਜਾਵੇ ਅਤੇ ਸਮੇਂ ਸਿਰ ਉਸ ਦਾ ਇਲਾਜ ਕੀਤਾ ਜਾ ਸਕੇ। ਰਾਜਪੁਰਾ ਤੋਂ ਅਮਰਜੀਤ ਸਿੰਘ, ਨਿਊਜ਼ 18 ਪੰਜਾਬ। ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਗੱਲ ਹੋਵੇਗੀ ਸਾਬਕਾ ਡੀਜੀਪੀ ਸੁਮੇਸ਼ ਸੈਣੀ ਦੀ। ਸੁਮੇਸ਼ ਸੈਣੀ ਨੂੰ ਲੈ ਕੇ ਵੱਡੀ ਖਬਰ ਹੈ। ਪਰਿਵਾਰ ਸਣੇ ਸੈਣੀ ਅੰਡਰਗਰਾਉਂਡ ਹੋ ਗਏ ਨੇ, ਸਰਕਾਰ ਦਾਅਵਾ ਕਰ ਰਹੀ ਹੈ। ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਸੈਣੀ ਦੀ ਪਤਨੀ ਦੇ ਦਾਅਵੇ ਨੂੰ ਵੀ ਖਾਰਿਜ ਕਰ ਦਿੱਤਾ ਗਿਆ।
ਸੁਰੱਖਿਆ ਮੁਲਾਜ਼ਮਾਂ ਨੂੰ ਛੱਡ ਕੇ ਕਿਤੇ ਚਲਾ ਗਿਆ ਪਰਿਵਾਰ। ਸੈਣੀ ਦੀ ਪਤਨੀ ਨੇ ਸੁਰੱਖਿਆ ਵਾਪਸੀ ਦਾ ਇਲਜ਼ਾਮ ਲਗਾਇਆ ਸੀ। ਡੀਜੀਪੀ ਨੂੰ ਚਿੱਠੀ ਭੇਜ ਕੇ ਸੁਰੱਖਿਆ ਵਾਪਸੀ ਦੇ ਫੈਸਲੇ ਦੇ ਉੱਤੇ ਮੁੜ ਵਿਚਾਰ ਕਰਨ ਦੇ ਲਈ ਕਿਹਾ ਸੀ, ਪਰ ਇਸ ਦੇ ਉੱਤੇ ਪੰਜਾਬ ਸਰਕਾਰ ਦੇ ਵੱਲੋਂ ਇੱਕ ਬਿਆਨ ਜਾਰੀ ਕਰ ਦਿੱਤਾ ਗਿਆ। ਤੁਹਾਨੂੰ ਦੱਸਦੇ ਹਾਂ ਪੂਰਾ ਮਾਮਲਾ ਕੀ ਹੈ। ਸਾਬਕਾ ਡੀਜੀਪੀ ਸੁਮੇਸ਼ ਸੈਣੀ ਦੇ ਖਿਲਾਫ 302 ਦੇ ਤਹਿਤ ਮਾਮਲਾ ਦਰਜ ਹੋਇਆ ਹੈ। ਬਲਵੰਤ ਜਿਹੜਾ ਮੁਲਤਾਨੀ ਕਿਡਨੈਪਿੰਗ ਤੇ ਮਰਡਰ ਕੇਸ ਦੇ ਵਿੱਚ 1991 ਦਾ ਉਹ ਪੂਰਾ ਮਾਮਲਾ, ਅਗਾਊਂ ਜ਼ਮਾਨਤ ਦੀ ਅਰਜ਼ੀ ਅਦਾਲਤ ਨੇ ਖਾਰਜ ਕੀਤੀ ਹੈ ਤੇ ਇਸ ਵਿਚਾਲੇ ਸੈਣੀ ਦੀ ਪਤਨੀ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੂੰ, ਤੇ ਉਸ ਚਿੱਠੀ ਦੇ ਵਿੱਚ ਜ਼ਿਕਰ ਸੀ ਕਿ ਕਿਉਂ ਅਚਾਨਕ ਉਹਨਾਂ ਦੀ ਸੁਮੇਸ਼ ਸੈਣੀ ਦੀ ਤੇ ਉਹਨਾਂ ਦੇ ਪਰਿਵਾਰ ਦੀ ਸੁਰੱਖਿਆ ਵਾਪਸ ਲੈ ਲਈ ਗਈ, ਜਦਕਿ ਉਹਨਾਂ ਦੇ ਪਰਿਵਾਰ ਨੂੰ ਦਹਿਸ਼ਤਗਰਦਾਂ ਅਤੇ ਬਦਮਾਸ਼ਾਂ ਤੋਂ ਖਤਰਾ ਹੈ। ਤਾਂ ਇਸ ਦੇ ਉੱਤੇ ਹੁਣ ਸਰਕਾਰ ਦੇ ਵੱਲੋਂ ਪਲਟਵਾਰ ਕੀਤਾ ਗਿਆ ਬਿਆਨ ਜਾਰੀ ਕਰਕੇ, ਤੇ ਉਸ ਦੇ ਵਿੱਚ ਕਿਹਾ ਗਿਆ ਕਿ ਕੋਈ ਵੀ ਸੁਰੱਖਿਆ ਵਾਪਸ ਨਹੀਂ ਲਈ ਗਈ, ਬਲਕਿ ਸੈਣੀ ਅਤੇ ਉਹਨਾਂ ਦਾ ਪਰਿਵਾਰ ਅੰਡਰਗਰਾਉਂਡ ਹੋ ਚੁੱਕੇ ਹੈ। ਉਹ ਉੱਥੇ ਹੀ ਆਪਣੇ ਘਰ ਦੇ ਵਿੱਚ ਹੀ ਛੱਡ ਕੇ ਚਲੇ ਗਏ ਨੇ ਪੂਰੇ ਜਿਹੜੇ ਸੁਰੱਖਿਆ ਮੁਲਾਜ਼ਮ ਨੇ ਆਪਣੀ ਪੂਰੀ ਸੁਰੱਖਿਆ। ਸਾਬਕਾ ਡੀਜੀਪੀ ਸੁਮੇਸ਼ ਸਿੰਘ ਸੈਣੀ ਦੀ ਮੁਸ਼ਕਿਲਾਂ ਲਗਾਤਾਰ ਵੱਧਦੀ ਜਾ ਰਹੀ। ਹੁਣ ਉਹਨਾਂ ਦੀ ਜਿਹੜੀ ਵਾਈਫ ਹੈ, ਉਹਨਾਂ ਨੇ ਡੀਜੀਪੀ ਨੂੰ ਲੈਟਰ ਲਿਖਿਆ ਹੈ ਕਿ ਬਈ ਜਿਹੜੀ Z+ ਸਿਕਿਉਰਿਟੀ ਉਹਨਾਂ ਨੂੰ ਦਿੱਤੀ ਗਈ ਸੀ, ਕਿਉਂਕਿ ਉਹਨਾਂ ਨੂੰ ਕਈ ਥ੍ਰੈਟ ਸੀਗੇ ਜਿਹੜੇ ਆਤੰਕਵਾਦੀ ਟਾਈਮ 'ਚ ਲਗਾਤਾਰ ਜਿਹੜਾ ਉਹਨਾਂ ਨੇ ਕੰਮ ਕੀਤਾ, ਹੁਣ ਸਿਕਿਉਰਿਟੀ ਉਹਨਾਂ ਦੀ ਵਿਡਰੋ ਕਰ ਦਿੱਤੀ ਗਈ ਹੈ। ਇਹਦਾ ਰੀਜ਼ਨ ਕੀ ਹੈ? ਕਿਉਂਕਿ ਉਹਨਾਂ ਦੇ ਪਰਿਵਾਰ ਨੂੰ ਵੀ ਹੁਣ ਹਜੇ ਖਤਰਾ ਹੈ ਤੇ ਹੁਣ ਜਿਹੜੇ ਐਲੀਗੇਸ਼ਨ ਉਹਨਾਂ ਤੇ ਲੱਗੇ ਹੈ, ਕਈ ਐਲੀਗੇਸ਼ਨ ਉਹਨਾਂ ਤੇ ਲੱਗੇ ਹੈ, ਕਈ ਪਰਚਾ ਜਿਹੜਾ ਉਹ ਦਰਜ ਹੋਇਆ ਹੈ, ਗਲਤ ਤਰੀਕੇ ਨਾਲ ਉਹਨਾਂ ਨੂੰ ਫਸਾਇਆ ਜਾ ਰਿਹਾ ਹੈ। ਇਹ ਕਈ ਚੀਜ਼ਾਂ ਜਿਹੜੀ ਹੈਗੀ ਉਹਨਾਂ ਨੇ ਇਹਦੇ ਵਿੱਚ ਲਿਖੀ ਹੈ, ਜਿਹਦੇ ਵਿੱਚ ਸਾਫ਼ ਤੌਰ ਤੇ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੂੰ ਗੁਹਾਰ ਲਾਈ ਹੈ ਕਿ ਜਿਹੜੀ ਉਹਨਾਂ ਦੀ ਸਿਕਿਉਰਿਟੀ ਹੈ ਉਹਨੂੰ ਰਿਵਿਊ ਕੀਤਾ ਜਾਵੇ। ਘਰ ਦੇ ਬਾਹਰ ਦੀ ਇਹ ਤਸਵੀਰਾਂ ਨੇ ਜਿੱਥੇ Z+ ਸਿਕਿਉਰਿਟੀ ਹਾਲਾਂਕਿ ਸੁਮੇਸ਼ ਸਿੰਘ ਸੈਣੀ ਨੂੰ ਮਿਲੀ ਹੋਈ ਸੀ, ਕਿਉਂਕਿ ਆਤੰਕਵਾਦ ਦੇ ਟਾਈਮ ਦੇ ਵੀ ਇਹਨਾਂ ਨੇ ਕੰਮ ਕੀਤਾ, ਤੇ ਉਹਦੇ ਵਿੱਚ ਲੈਟਰ 'ਚ ਵੀ ਸਾਫ਼ ਤੌਰ ਤੇ ਉਹਨਾਂ ਦੀ ਵਾਈਫ ਨੇ ਕਈ ਵੱਡੀ ਗੱਲਾਂ ਲਿਖੀਆਂ ਕਿ ਬਈ ਸਿਵਿਲੀਅਨ ਨੂੰ ਕਿਸ ਤਰ੍ਹਾਂ ਉਹਨਾਂ ਨੇ ਬਚਾਇਆ। ਹਾਲਾਂਕਿ ਕਈ ਵੱਡੇ ਅਵਾਰਡ ਜਿਹੜੇ ਹੈ ਉਹਨਾਂ ਨੂੰ ਨਹੀਂ ਲਿੱਤਾ ਸੁਮੇਸ਼ ਸਿੰਘ ਸੈਣੀ ਨੇ, ਲੇਕਿਨ ਉਸ ਦਾ ਜਿਹੜਾ ਹੁਣ ਖਾਮਿਆਜ਼ਾ ਉਹਨਾਂ ਨੂੰ ਭੁਗਤਣਾ ਪੈ ਰਿਹਾ, ਜਿਹਨੂੰ ਲੈ ਕੇ ਅੱਜ ਉਹਨਾਂ ਦੀ ਸਿਕਿਉਰਿਟੀ ਤੱਕ ਹਟਾ ਦਿੱਤੀ ਗਈ। ਉਹਨਾਂ ਦੇ ਜਿਹੜੇ ਪਰਿਵਾਰ ਦੀ ਜਿਹੜੀ ਥ੍ਰੈਟ ਹੈ, ਉਹਨਾਂ ਦੀ ਪਰਿਵਾਰ ਦੀ ਵੀ ਸੁਰੱਖਿਆ ਹੁਣ ਕਿਹਦੇ ਹੱਥ 'ਚ ਹੈ ਤੇ ਉਹਨਾਂ ਦੇ ਜਿਹੜੇ ਆਰਡਰਸ ਹੈ ਉਹਨਾਂ ਨੂੰ ਰਿਵਿਊ ਕੀਤਾ ਜਾਵੇ। ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਸੁਮੇਸ਼ ਸਿੰਘ ਸੈਣੀ ਦੀ ਭਾਲ ਵਿੱਚ ਛਾਪੇਮਾਰੀ ਜਿਹੜੀ ਹੈ ਕੀਤੀ ਜਾ ਰਹੀ ਹੈ। ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੱਲੋਂ ਲਗਾਤਾਰ ਜਿਹੜੀ 7-8 ਟੀਮਾਂ ਜਿਹੜੀ ਬਣਾਈ ਗਈਆਂ, ਜਿਹਦੇ ਵਿੱਚ ਹਿਮਾਚਲ, ਹਰਿਆਣਾ, ਪੰਜਾਬ, ਦਿੱਲੀ ਤੇ ਚੰਡੀਗੜ੍ਹ 'ਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ, ਲੇਕਿਨ ਹਜੇ ਕਿਸੇ ਵੀ ਤਰ੍ਹਾਂ ਦਾ ਸੁਮੇਸ਼ ਸਿੰਘ ਸੈਣੀ ਦਾ ਪਤਾ ਨਹੀਂ ਲੱਗ ਪਾਇਆ ਤੇ ਲਗਾਤਾਰ ਹੁਣ ਮੁਸ਼ਕਿਲਾਂ ਜ਼ਰੂਰ ਵੱਧਦੀ ਨਜ਼ਰ ਆ ਰਹੀਆਂ ਸੁਮੇਸ਼ ਸਿੰਘ ਸੈਣੀ ਦੀ। ਲੇਕਿਨ ਹਜੇ ਸਵਾਲ ਇਹਦੇ ਵਿੱਚ ਇਹੀ ਹੈ ਕਿ ਆਖਿਰ ਸੁਮੇਸ਼ ਸਿੰਘ ਸੈਣੀ ਹੈ ਕਿੱਥੇ? ਇਹ ਸਭ ਤੋਂ ਵੱਡਾ ਸਵਾਲ ਹੈ, ਕਿਉਂਕਿ ਮੋਹਾਲੀ ਕੋਰਟ 'ਚ ਉਹਨਾਂ ਦੀ ਜਿਹੜੀ ਉਹਨਾਂ ਦੀ ਜਿਹੜੀ ਬਿਲ ਐਪਲੀਕੇਸ਼ਨ ਹੈ ਉਹ ਵੀ ਡਿਸਮਿਸ ਹੋ ਗਈ ਹੈ ਤੇ ਹੁਣ ਹਾਈ ਕੋਰਟ 'ਚ ਉਹਨਾਂ ਦੇ ਵਕੀਲ ਨੇ ਹੁਣ ਅਗਰਿਮ ਜ਼ਮਾਨਤ ਜਿਹੜੀ ਐਂਟੀਸੈਪਟਿਕ ਬੇਲ ਜਿਹੜੀ ਹੈ ਉਹ ਵੀ ਲਾਈ ਹੈ, ਲੇਕਿਨ ਹਜੇ ਉਹਦੇ ਸੁਣਵਾਈ ਜਿਹੜੀ ਹੈ ਉਹ ਹੋਣਾ ਬਾਕੀ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਸੁਖਜਿੰਦਰ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ। ਅੱਗੇ ਵਧਦੇ ਤੇ ਹੁਣ ਜੋ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਤੇ ਆਉਣ ਜਾ ਰਹੀਆਂ ਨੇ ਉਹ ਬੇहद ਖਤਰਨਾਕ ਨੇ ਜਾਂ ਕਹੋ ਡਰਾਉਣ ਵਾਲੀਆਂ ਨੇ। ਘਟਨਾ ਅੰਮ੍ਰਿਤਸਰ ਦੀ ਹੈ, ਜਿੱਥੇ ਪਹਿਲਾਂ ਵੀ ਕਈ ਵਾਰ ਅਜਿਹੀਆਂ ਵਾਰਦਾਤਾਂ ਨਿਕਲ ਕੇ ਸਾਹਮਣੇ ਆ ਚੁੱਕੀਆਂ ਨੇ, ਪਰ ਕਾਨੂੰਨ ਦਾ ਡਰ ਅਜੇ ਵੀ ਸ਼ਰਾਰਤੀ ਅਨਸਰਾਂ ਦੇ ਦਿਲਾਂ ਦੇ ਵਿੱਚ ਨਹੀਂ ਬੈਠਿਆ। ਰਿਪੋਰਟ ਦੇਖੋ। ਕਾਨੂੰਨ, ਪੁਲਿਸ ਵਿਵਸਥਾ, ਲਾ ਐਂਡ ਆਰਡਰ ਅਜਿਹੇ ਸ਼ਬਦਾਂ ਦੀ ਸ਼ਾਇਦ ਅਜੋਕੇ ਸਮੇਂ ਦੇ ਕਿਸੇ ਦੇ ਜ਼ਿਹਨ 'ਚ ਨਾ ਤਾਂ ਕੋਈ ਥਾਂ ਬਚੀ ਹੈ ਅਤੇ ਨਾ ਹੀ ਸ਼ਾਇਦ ਜ਼ਰੂਰਤ। ਅਜਿਹਾ ਇਸ ਲਈ ਕਿਉਂਕਿ ਜੋ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਤੇ ਚੱਲ ਰਹੀਆਂ ਨੇ ਉਹ ਇਸ ਗੱਲ ਦੀ ਗਵਾਹੀ ਚੀਖ ਕੇ ਪਾ ਰਹੀਆਂ ਨੇ ਕਿ ਕਾਨੂੰਨ ਦੇ ਡਰ ਤੇ ਖੌਫ ਨੂੰ ਇਹ ਲੋਕ ਟਿੱਚ ਜਾਣਦੇ ਨੇ। ਗੁੰਡਾਗਰਦੀ ਵੀ ਵਿਖਾਉਂਦੇ ਆ, ਪੂਰੀ ਸਟੋਰੀ ਦੇ ਨਾਲ ਰੂਬਰੂ ਕਰਵਾਉਂਦੇ ਆ, ਪਰ ਪਹਿਲਾਂ ਦੱਸ ਦਈਏ ਕਿ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ, ਅੰਮ੍ਰਿਤਸਰ ਦੇ ਜਿਮ ਦੀਆਂ ਨੇ, ਜਿੱਥੇ ਇੱਕ ਸ਼ਖਸ ਇੱਕ ਦਿਨ ਆਇਆ ਦੇਸੀ ਕੱਟਾ ਲੈ ਕੇ, ਯਾਨੀ ਕਿ ਦੇਸੀ ਰਿਵਾਲਵਰ ਲੈ ਕੇ। ਇਲਜ਼ਾਮ ਤਾਂ ਇਹ ਨੇ ਬਸ ਫਿਰ ਕੀ ਸੀ? ਇਸੇ ਦਿਨ ਤੋਂ ਬਾਅਦ ਸ਼ੁਰੂ ਹੋਈ ਆਤੰਕ ਦੀ ਕਹਾਣੀ ਨੂੰ ਲਿਖਣ ਦੀ ਦਾਸਤਾਨ। ਜਿਮ ਮਾਲਕ ਦੇ ਮੁਤਾਬਿਕ ਉਹ ਸ਼ਖਸ ਨੂੰ ਕਈ ਵਾਰ ਰੋਕਿਆ ਟੋਕਿਆ ਗਿਆ ਤੇ ਉਸ ਰੋਕਣ ਟੋਕਣ ਦਾ ਨਤੀਜਾ ਇਹ ਹੋਇਆ ਕਿ ਉਹ ਆਪਣੇ ਨਾਲ ਕੁਝ ਗੁੰਡੇ ਦੋਸਤਾਂ ਨੂੰ ਨਾਲ ਲੈ ਕੇ ਆਇਆ, ਜਿਮ 'ਚ ਆਇਆ ਅਤੇ ਭੰਨ ਤੋੜ ਕਰ ਵਾਪਸ ਚਲਾ ਗਿਆ। ਇਹ ਤਸਵੀਰਾਂ ਨੇ ਇਹਨਾਂ ਗੁੰਡਿਆਂ ਦੇ ਅੰਦਰ ਆਉਂਦੀਆਂ ਨੂੰ ਵੇਖੋ। ਜਿਮ 'ਚ ਕਸਰਤ ਕਰ ਰਹੇ ਨੌਜਵਾਨ ਕਿੰਜ ਸਹਿਮ ਜਾਂਦੇ ਨੇ, ਕਿਉਂਕਿ ਇਸ ਸ਼ਖਸ ਦੇ ਹੱਥ 'ਚ ਰਿਵਾਲਵਰ ਹੈ ਅਤੇ ਬਾਕੀਆਂ ਦੇ ਹੱਥਾਂ 'ਚ ਵੀ ਲਾਠੀਆਂ ਡੰਡੇ। ਆਉਂਦੇ ਰਿਵਾਲਵਰਧਾਰੀ ਸ਼ਖਸ ਨੌਜਵਾਨਾਂ ਤੇ ਰਿਵਾਲਵਰ ਤਾਣ ਦਿੰਦਾ ਹੈ। ਇਹ ਨੌਜਵਾਨ ਵੀ ਡਰ ਦੇ ਮਾਰੇ ਇੱਕ ਕੋਨੇ ਤੇ ਇਕੱਠੇ ਹੋ ਜਾਂਦੇ ਨੇ ਤੇ ਬਸ ਫਿਰ ਦੇਖਦੇ ਇਹ ਗੁੰਡੇ ਆਪਣੀ ਗੁੰਡਾਗਰਦੀ ਦਾ ਨੰਗਾ ਨਾਚ ਸ਼ੁਰੂ ਕਰ ਦਿੰਦੇ ਨੇ।
ਜੋ ਹੱਥ ਆਇਆ ਉਹ ਪੰਤਾ, ਕਦੇ ਇੱਕ ਥਾਂ ਤੇ ਕਦੇ ਦੂਜੀ ਥਾਂ ਤੇ, ਨਾ ਤਾਂ ਦਫ਼ਤਰ ਛੱਡਿਆ ਤਾਂ ਨਾ ਜਿਮ, ਸਭ ਫਿਲਮੀ ਸਟਾਈਲ 'ਚ ਖਤਮ ਕਰਤਾ। ਜਦੋਂ ਕੁਝ ਹੋਰ ਨਹੀਂ ਸੁਝਿਆ ਤਾਂ ਜਿਮ ਦੀਆਂ ਪਲੇਟਾਂ ਚੱਕ ਉਹ ਵੀ ਦੀਵਾਰ ਤੇ ਲੱਗੇ ਸ਼ੀਸ਼ੇ ਤੇ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ, ਹੋਰ ਥਾਵਾਂ ਤੇ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਇਸ ਸ਼ਖਸ ਨੇ। ਇਹਨਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਆਉਂਦੇ ਇੱਕ ਸ਼ਖਸ ਨੇ ਜਿਮ 'ਚ ਕਸਰਤ ਕਰਦੇ ਇੱਕ ਨੌਜਵਾਨ ਤੇ ਢਿੱਡ ਤੇ ਡੰਡਾ ਮਾਰਿਆ, ਪਰ ਮੌਕਾ ਵੇਖਦੇ ਹੀ ਉਹ ਸ਼ਖਸ ਅਤੇ ਉਸਦੇ ਕੁਝ ਹੋਰ ਸਾਥੀ ਭੱਜਣ 'ਚ ਕਾਮਯਾਬ ਵੀ ਹੋ ਗਏ। बहरहाल दस दी एक वीडियो इलाके च वायरल हो चुकी है, पुलिस इन्हां दी भाल च जुटी हुई है, पर इस हरकत ने एक बार फिर दसता कि अमृतसर च अजिहे गुंडियां नूं कानून दा खौफ किन्ना कुछ है। चंडीगढ़ न्यूज़ डेस्क तो नीरज पाली दे नाल अमृतसर तो राजीव शर्मा, न्यूज़ 18 पंजाब। बेशक सरकार ते पुलिस जहरीली शराब के खिलाफ शिकंजा कसण दा राग अलापदी है, पर इस दे बावजूद ਜ਼ਹਿਰੀਲੇ ਜਾਮ ਦਾ ਗੋਰਖ ਧੰਦਾ ਬਦਸਤੂਰ ਜਾਰੀ ਹੈ ਤੇ ਅਜੇ ਵੀ ਮੌਤ ਦਾ ਸਮਾਨ ਦਾ ਧੜੱਲੇ ਦੇ ਨਾਲ ਇਸ ਨੂੰ ਤਿਆਰ ਕੀਤਾ ਜਾ ਰਿਹਾ ਹੈ ਤੇ ਨਸ਼ੇ ਦੇ ਸੁਦਾਗਰਾਂ ਨੂੰ ਅਜੇ ਵੀ ਪੁਲਿਸ ਦਾ ਕੋਈ ਖੌਫ ਨਜ਼ਰ ਨਹੀਂ ਆ ਰਿਹਾ। ਤਿੰਨ ਜ਼ਿਲ੍ਹਿਆਂ 'ਚ ਜ਼ਹਿਰੀਲੀ ਸ਼ਰਾਬ 100 ਤੋਂ ਵੱਧ ਲੋਕਾਂ ਦੇ ਲਈ ਕਾਲ ਬਣ ਗਈ। ਵਿਰੋਧੀ ਸਰਕਾਰ ਤੇ ਹਮਲਾਵਰ ਹੋਏ ਤੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੀ ਆਖਿਰਕਾਰ ਨੀਂਦ ਖੁੱਲੀ ਤੇ ਹੁਣ ਹਰ ਰੋਜ਼ ਪੁਲਿਸ ਦੇ ਵੱਲੋਂ ਵੱਖ-ਵੱਖ ਥਾਵਾਂ ਤੇ ਰੇਡ ਕੀਤੀ ਜਾ ਰਹੀ ਹੈ ਤੇ ਹਜ਼ਾਰਾਂ ਲੀਟਰ ਨਜਾਇਜ਼ ਸ਼ਰਾਬ ਬਰਾਮਦ ਕੀਤੀ ਜਾ ਰਹੀ ਹੈ। ਪਰ ਪੁਲਿਸ ਦੀ ਕਾਰਵਾਈ ਦੇ ਬਾਵਜੂਦ ਨਜਾਇਜ਼ ਸ਼ਰਾਬ ਦਾ ਗੋਰਖ ਧੰਦਾ ਕਿੰਨਾ ਕੁ ਖਤਮ ਹੋਇਆ, ਇਸ ਦੀ ਗਵਾਹੀ ਇਹ ਤਸਵੀਰਾਂ ਭਰ ਰਹੀਆਂ ਨੇ। ਡਰਮ ਦੇ ਡਰਮ ਤੇ ਨਜਾਇਜ਼ ਸ਼ਰਾਬ ਤਿਆਰ ਕਰਨ ਵਾਲਾ ਸਾਜੋ ਸਮਾਨ पूरे मंजर नूं बयान करदा है। तस्वीरां जिला कपूरथला दियां ने, जिथे ब्यास दरिया 'च एक टापू ते पुलिस ते एक्साइज विभाग दे वल्लों सांझा ऑपरेशन चलाया गया ते नजायज शराब दा जखीरा बरामद किया गया, जिथे 20,000 लीटर देसी लाहन शराब बनाउण वाला समान चलदियां भट्ठियां जब्त कीतियां गईयां। सर्च करन गए आ ते सानूं इनफॉर्मेशन मिली आ कि एक बहुत वड्डी डिस्टलरी मांडे एरिया दे विच बिंदर पुत्र गुरमेज हैगा नां दा बंदा ते उन्हें लाई है तो कढ़न लिया वा। उत्थे मैं साइज इंस्पैक्टर साहब नूं बुलाया, ਜਿਹੜੇ ਉੱਥੇ ਆਪਣੀ ਫੋਰਸ ਨਾਲ ਆ ਕੇ ਨਾਗ ਰੇਡ ਕੀਤਾ ਤੇ ਉੱਥੇ ਬਣੀ ਹੋਈ ਢੱਲ ਜਿਹੜੀ ਆ ਦਰਿਆ ਦੇ ਵਿੱਚ ਆਲੇ ਦੁਆਲੇ ਸਾਰੇ ਪਾਣੀ ਸੀਗਾ। ਉੱਥੇ ਤਰਪਾਲਾਂ ਦੇ ਵਿੱਚ ਉਹਨਾਂ ਨੇ ਗੁੜ ਘੋਲਿਆ ਹੋਇਆ ਸੀ, ਕਾਫੀ ਗੁੜ ਘੋਲਿਆ ਮਿਲਿਆ। ਜਦੋਂ ਦੇਖਿਆ ਤੇ 20,000 ਕਿਲੋ ਲਾਹਣ ਹੋਣੀ, 4 ਡਰਮ ਪੱਕੇ ਫਿੱਟ ਕੀਤੇ ਹੋਏ ਸੀ, ਹੋਰ ਸਮਾਨ ਮਿਲਿਆ ਜੀ। ਬੰਦਾ ਤੇ ਮੌਕੇ ਤੋਂ ਦੌੜ ਗਿਆ। पुलिस ते एक्साइज विभाग दे वल्लों कीती छापेमारी दौरान मुख मुलजम भज्जण 'च कामयाब रहा, जिस दे खिलाफ पहलां भी एक्साइज एक्ट दे तहत कई मामले दर्ज ने, जिस वल्लों दरिया दे किनारे जहरीली शराब बनाउण दा गोरख धंधा चलाया जा रहा सी। एक्साइज विभाग मुताबिक इलाके 'च हुण तक दी इह सब तो वड्डी रिकवरी है। ਇਹ ਸਾਡਾ ਆਪਰੇਸ਼ਨ ਬੜੇ ਲੰਮੇ ਸਮੇਂ ਦੀ ਚੱਲ ਰਿਹਾ ਸੀ, ਜਿਹੜਾ ਅਸੀਂ ਕੱਲ ਬਹੁਤ ਸਫਲਤਾਪੂਰਵਕ ਖਤਮ ਕੀਤਾ। ਇਹਦੇ ਘੱਟੋ ਘੱਟ 6200 ਬੋਤਲ ਦੀ ਬਣ ਸਕਦੀ ਸੀ, ਜੋ ਕਿ ਇੱਕ ਸਰਕਲ ਦੇ ਕੰਜੰਪਸ਼ਨ ਨਾਲ ਇੱਕ ਸਰਕਲ ਦੇ ਵਿੱਚ ਵਿਕ ਸਕਦੀ ਸੀ। ਇੱਕ ਸਰਕਲ ਦੇ ਪੂਰੇ ਦੇ ਵਿੱਚ ਘੱਟੋ ਘੱਟ 15-18 ਠੇਕੇ ਹੁੰਦੇ ਆ, 15-18 ਠੇਕਿਆਂ ਦੇ ਵਿੱਚ ਇਹ ਜਾਣੀ ਸੀ ਤੇ ਸਰਕਾਰ ਦੇ ਰੈਵਨਿਊ ਦਾ ਨੁਕਸਾਨ ਬਹੁਤ ਹੋਣਾ ਸੀ। बेशक 100 ਤੋਂ ਵੱਧ ਲੋਕਾਂ ਦੀ ਮੌਤਾਂ ਦੇ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਹੈ, ਪਰ ਅਜੇ ਵੀ ਸ਼ਰੇਆਮ ਜ਼ਹਿਰੀਲੀ ਸ਼ਰਾਬ ਦਾ ਗੋਰਖ ਧੰਦਾ ਧੜੱਲੇ ਦੇ ਨਾਲ ਜਾਰੀ ਹੈ ਤੇ ਲੋਕਾਂ ਦੀ ਜਾਨ ਨੂੰ ਜ਼ੋਖਿਮ ਦੇ ਵਿੱਚ ਪਾ ਰਿਹਾ ਹੈ ਤੇ ਸਵਾਲ ਅਜੇ ਵੀ ਬਰਕਰਾਰ ਹੈ ਕਿ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਦੋਂ ਤੱਕ। ਕਪੂਰਥਲਾ ਤੋਂ ਜਗਜੀਤ ਅੰਜੂ, ਨਿਊਜ਼ 18 ਪੰਜਾਬ। ਹੁਣ ਅੱਗੇ ਵਧਦੇ ਹਾਂ। ਇਸ ਸਮੇਂ ਇੱਕ ਵੱਡੀ ਖਬਰ ਆ ਰਹੀ ਹੈ, ਉਸ ਦਾ ਰੁਖ ਕਰਾਂਗੇ। ਖਬਰ ਮੁਰਥਲ ਤੋਂ ਹੈ। ਜੀ ਹਾਂ, ਮੁਰਥਲ ਦੇ ਮਸ਼ਹੂਰ ਢਾਬਿਆਂ ਦੇ ਉੱਤੇ ਕਰੋਨਾ ਦਾ ਵੱਡਾ ਅਟੈਕ ਨਜ਼ਰ ਆਉਂਦਾ ਹੈ। ਸੁਖਦੇਵ ਢਾਬੇ ਤੋਂ ਬਾਅਦ ਗਰਮਤਰਮ ਢਾਬੇ ਦੇ ਵਿੱਚ ਵੀ ਕਰੋਨਾ ਨਿਕਲਿਆ। ਜੀ ਹਾਂ, ਗਰਮਤਰਮ ਢਾਬੇ ਦੇ 10 ਮੁਲਾਜ਼ਮਾਂ ਦੀ ਕਰੋਨਾ ਰਿਪੋਰਟ ਪੋਜ਼ਿਟਿਵ ਆ ਗਈ ਹੈ। ਢਾਬੇ ਦੇ ਵਿੱਚ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਸੀ। ਇਹ ਵੀ ਇਲਜ਼ਾਮ ਨੇ। ਕੁਝ ਦਿਨ ਪਹਿਲਾਂ ਨਿਊਜ਼ 18 ਨੇ ਖਬਰ ਵੀ ਨਸ਼ਰ ਕੀਤੀ ਸੀ, ਸੁਖਦੇਵ ਢਾਬੇ ਨੂੰ ਸੀਲ ਕਰ ਦਿੱਤਾ ਗਿਆ। ਦਰਅਸਲ ਜੋ ਲੋਕ ਦਿੱਲੀ ਜਾਂਦੇ ਨੇ ਉਹ ਬਖੂਬੀ ਸਮਝਦੇ ਹੋਣਗੇ ਕਿ ਇਹਨਾਂ ਢਾਬਿਆਂ ਦੇ ਉੱਤੇ ਮੁਰਥਲ ਦੇ ਨੇੜੇ ਕਿੰਨੀ ਕੁ ਭੀੜ ਹੁੰਦੀ ਹੈ, ਸੁਖਦੇਵ ਢਾਬੇ ਦੇ ਉੱਤੇ ਕਿੰਨੀ ਕੁ ਵੱਡੀ ਤਾਦਾਦ ਦੇ ਵਿੱਚ ਲੋਕ ਹੁੰਦੇ ਨੇ। ਤੇ ਅਸੀਂ ਇਹ ਵੀ ਤੁਹਾਨੂੰ ਦਿਖਾਇਆ ਸੀ ਕਿ ਕਿਸ ਤਰੀਕੇ ਦੇ ਨਾਲ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਸੀ ਤੇ ਹੁਣ ਕਰੋਨਾ ਦਾ ਜ਼ਬਰਦਸਤ ਅਟੈਕ ਤੁਸੀਂ ਕਹਿ ਸਕਦੇ ਹੋ। ਮੁਰਥਲ ਦੇ ਵਿੱਚ 65 ਮੁਲਾਜ਼ਮ, ਮੁਰਥਲ ਦੇ ਸੁਖਦੇਵ ਢਾਬੇ ਦੇ ਵਿੱਚ 65 ਮੁਲਾਜ਼ਮ ਕਰੋਨਾ ਪੋਜ਼ਿਟਿਵ ਆਏ ਨੇ।
ਗਰਮ ਧਰਮ ਢਾਬੇ ਦੇ 10 ਮੁਲਾਜ਼ਮਾਂ ਨੂੰ ਕਰੋਨਾ ਹੋ ਗਿਆ ਹੈ। ਜੇਕਰ ਦੇਖਿਆ ਜਾਵੇ ਤਾਂ ਬਹੁਤ ਵੱਡੀ ਤਾਦਾਦ ਦੇ ਵਿੱਚ ਲੋਕ ਇੱਥੇ ਰੋਜ਼ਾਨਾ ਰੁਕਦੇ ਨੇ, ਖਾਣਾ ਖਾਂਦੇ ਨੇ। ਹਾਲਾਂਕਿ ਕਰੋਨਾ ਦੀ ਵਜ੍ਹਾ ਨਾਲ ਤੁਸੀਂ ਕਹਿ ਸਕਦੇ ਹੋ ਕਿ ਥੋੜਾ ਜਿਹਾ ਘੱਟ ਪਿਛਲੇ ਕੁਝ ਦਿਨਾਂ ਦੇ ਵਿੱਚ ਲੋਕ ਇੱਥੇ ਆਏ ਹੋਣਗੇ, ਪਰ ਤੁਸੀਂ ਦੇਖੋ ਤਸਵੀਰਾਂ ਜੋ ਅਸੀਂ ਤੁਹਾਨੂੰ ਦਿਖਾਈਆਂ ਕੁਝ ਦਿਨ ਪਹਿਲਾਂ ਗਰਮ ਧਰਮ ਢਾਬੇ ਦੀਆਂ, ਉੱਥੇ ਬਹੁਤ ਵੱਡੀ ਗਿਣਤੀ 'ਚ ਲੋਕ ਪਹੁੰਚੇ ਹੋਏ ਸੀ। ਸੋਸ਼ਲ ਡਿਸਟੈਂਸਿੰਗ ਨਾਮ ਦੀ ਕੋਈ ਚੀਜ਼ ਨਹੀਂ ਸੀ ਤੇ ਇਸ ਵਿਚਾਲੇ ਹੁਣ 10 ਕਰੋਨਾ ਪੋਜ਼ਿਟਿਵ ਨਿਕਲੇ ਨੇ ਉੱਥੇ ਦੇ ਮੁਲਾਜ਼ਮ। 65 ਕਰੋਨਾ ਪੋਜ਼ਿਟਿਵ ਨਿਕਲੇ ਨੇ ਮੁਲਾਜ਼ਮ ਸੁਖਦੇਵ ਢਾਬੇ ਦੇ। रुक करते हैं मेरे सहयोगी इस समय सोनीपत तो नितिन अंतल फोन लाइन के साढ़े नाल जुड़ रहे हैं। नितिन, जानना चाहेंगे क्या कुछ आपके पास इंफॉर्मेशन है? 65 सुखदेव ढाबे के कर्मचारी, 10 गरम धर्म ढाबे के कर्मचारी, रोजाना कितने लोग यहां पर आते हैं इस कोरोना काल के दौरान भी? जी बिल्कुल, मैं आपको बता दूं, जिस तरह से सुखदेव ढाबे का बहुत बड़ा नाम है और देश भर में ढाबे हैं, लेकिन जो सुखदेव है उसका बहुत बड़ा नाम, उसके बाद गरम धर्म ढाबा का बड़ा नाम बना, लेकिन दोनों ही ढाबे अब बहुत जो आफत लोगों के लिए बन गए हैं, क्योंकि जो 65 नहीं 71 पर जो है सुखदेव ढाबे का आंकड़ा कोरोना पॉजिटिव जो कर्मचारी है उनका पहुंच चुका है और 10 कर्मचारी गरम धर्म ढाबे पर पॉजिटिव मिले हैं। इसके बाद पहले सुखदेव ढाबे को और फिलहाल गरम धर्म ढाबे को सील कर दिया गया है, लेकिन कहीं ना कहीं जो आसपास के राज्य हैं, चाहे इसमें हिमाचल है, चाहे चंडीगढ़ है, चाहे इसमें हरियाणा के जो कुछ स्टेट्स हैं, उसके साथ साथ जो है आपको बता दें हिमाचल प्रदेश, यूपी और यहाँ तक के राजस्थान तक के यहाँ पर लोग पहुंचते हैं, जो दूर दूर से आते हैं और खाना खाकर चले जाते हैं। तो रोजाना यहाँ पर 10,000 के करीब जो आदमी आकर खाना खाकर जाते हैं। तो कहीं ना कहीं जो आंकड़ा है 71 कर्मचारी पॉजिटिव पाना, एक दूसरे ढाबे के 10 कर्मचारी पॉजिटिव पाना बहुत बड़ी आफत जरूर बन गई है। और इसके साथ साथ जो गरम धर्म ढाबे खबर न्यूज 18 ने प्रमुखता से दिखाई थी तो प्रशासन लेकिन जबकि नहीं जागा और उसकी आंख नहीं खुली और ये आफत जो अब आई है और जो कोरोना पॉजिटिव केसेस मिले हैं, कहीं ना कहीं आम जनता पर भारी जरूर पड़ेंगे। जी शुक्रिया नितिन, धन्यवाद साडे नाल जुड़न दे लई, इस पूरी गलबात दे लई। मेरे सहयोगी सोनीपत तो जानकारी दे रही सी कि किस तरीके नाल हुण भी उत्थे लोग बहुत वड्डी गिणती च आंदे ने। इनफैक्ट असीं तुहानूं तस्वीरां भी दिखाईआं ने तां सोशल डिस्टेंसिंग जो नियम कायदे सी उन्हां दी पालना तां नहीं कीती जा रही सी, इल्जाम लगे ने ते इस विचाले कोरोना पॉजिटिव निकलना मुलाजमां दा उत्थे दे तां लाजमी तौर ते जरूर चिंता नूं वधाउण वाला हैगा। फिलहाल मैनूं इजाजत दिओ, तुसीं बने रहो न्यूज़ 18 दे नाल।